गौड़ी कबीर जी चोआ चंदन मर्दन अंगा, सो तन जलै काठ कै संगा। इस तन धन की कवन बढ़ाई, धरन परै उर्वार न जाई। रहाओ रात जे सोवें दिन करें काम, एक खिन लेह न हर को नाम। हाथ तंडोर मुख खायो तंबोर, मरती बार कस बांध्यो चोर। गुरमत रस रस हर गुण गावे, रामै राम रमत सुख पावे। कृपा करके नाम दृढ़ाई, हर हर बास सुगंध बसाई। कहत कबीर चेत रे अंधा, सत राम झूठा सब धंधा। वाहिगुरु जी का खालसा, वाहिगुरु जी की फतेह। परम सत्कारयोग सतगुरां दी साजी नवाजी साध संगत जीओ। गुरबाणी दा पाठ प्रेम सहित निमरता सहित ਭਿੱਜੇ ਹੋਏ ਮਨ ਨਾਲ ਕੀਤਾ ਜਾਏ, ਹਰ ਗੱਲ ਸਮਝ ਵਿੱਚ ਆ ਜਾਂਦੀ। ਸੰਤ ਤੇਜਾ ਸਿੰਘ ਜੀ ਜੋ ਹਾਰਵਰਡ ਯੂਨੀਵਰਸਿਟੀ ਦੇ ਡਬਲ MA ਸਨ, ਪ੍ਰਿੰਸੀਪਲ ਸਨ। ਸੰਤ ਅਤਰ ਸਿੰਘ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਸਭ ਕੁਝ ਤਿਆਗ ਕੇ ਗੁਰਮਤ ਦੇ ਪ੍ਰਚਾਰਕ, ਗੁਰਮਤ ਦੇ ਧਾਰਨੀ ਬਣੇ। ਕਈ ਵਾਰ ਵਿਦਿਆਰਥੀਆਂ ਨੂੰ ਜਦੋਂ ਉਪਦੇਸ਼ ਕਰਦਿਆਂ ਇਹ ਗੱਲ ਕਹਿੰਦੇ, ਬੱਚਿਓ ਜਦੋਂ ਬਾਣੀ ਤੁਸੀਂ ਪ੍ਰੇਮ ਨਾਲ ਪੜ੍ਹੋਗੇ, ਤੁਹਾਡੇ ਨਿਰਮਲ ਹਿਰਦੇ ਵਿੱਚ ਜੋ ਬਾਣੀ ਦੇ ਅਰਥ ਸਮਝ ਵਿੱਚ ਆਉਣਗੇ ਨਾ, ਉਹ ਸਭ ਤੋਂ ਵਧੀਆ ਪਿਓਰ ਨਿਰਮਲ ਸ਼ੁੱਧ ਅਰਥ ਹੋਣਗੇ। ਸੱਚਮੁੱਚ ਅੱਜ ਉਹਨਾਂ ਦੇ ਬੋਲ ਯਾਦ ਆਉਂਦੇ ਹਨ। ਜਦੋਂ ਬਾਣੀ ਨੂੰ ਪਿਆਰ ਨਾਲ ਪੜ੍ਹੀਦਾ ਤੇ ਇੱਕ ਗੱਲ ਸਮਝ ਵਿੱਚ ਆ ਜਾਂਦੀ। ਹਾਂ, ਇਹ ਠੀਕ ਹੈ ਕਿਉਂਕਿ ਸੰਗਤਾਂ ਦੀ ਜਾਣਕਾਰੀ ਹਿੱਤ ਚੜ੍ਹਦੀ ਕਲਾ ਟਾਈਮ TV ਦੇ ਉਪਰਾਲੇ ਨਾਲ ਇਹ ਉਦਮ ਹੋਇਆ ਹੈ। ਫਿਰ ਯਤਨ ਕਰੀਦਾ ਵੀ ਕੋਈ ਅੱਖਰ ਅਧੂਰਾ ਨਾ ਰਹਿ ਜਾਏ। ਫਿਰ ਦੂਜੇ ਕੁਝ ਵਿਦਵਾਨਾਂ ਦੇ ਸਟੀਕ ਵੀ ਪੜ੍ਹੀਦੇ ਨੇ। ਜਦੋਂ ਉਹਨਾਂ ਵਿੱਚ ਇੱਕ ਇੱਕ ਪੰਗਤੀ ਦੇ ਕਈ ਕਈ ਅਰਥ ਪੜ੍ਹੀਦੇ ਨੇ ਤੇ ਮਨ ਦੁਬਿਧਾ ਵਿੱਚ ਪੈ ਜਾਂਦਾ ਵੀ ਕਿਹੜੇ ਅਰਥ ਨੂੰ ਠੀਕ ਮੰਨਿਆ ਜਾਏ, ਕਿਹੜੇ ਨੂੰ ਗਲਤ ਮੰਨਿਆ ਜਾਏ। ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ। ਇਹਨੂੰ ਵੈਰਾਗਮਈ ਜਾਂ ਮੰਗਲਮਈ ਜਾਂ ਸੋਗਮਈ ਕਹਿਣਾ ਸ਼ੋਭਦਾ ਨਹੀਂ। ਗੁਰਬਾਣੀ ਦਾ ਹਰ ਬਚਨ ਜਿਹੜਾ ਉਹ ਗਿਆਨ ਦਾਤਾ ਹੈ। ਕਿਉਂਕਿ ਜੀਵਨ ਦੇ ਅੰਦਰ ਜਿਹੜਾ ਮਨੁੱਖ ਪੈਦਾ ਹੋਇਆ ਉਹਨੇ ਮਰਨਾ ਵੀ ਜ਼ਰੂਰ ਹੈ। ਤੇ ਜਿਸ ਤਰ੍ਹਾਂ ਦੀ ਮਨੁੱਖ ਜੀਵਨ ਜਾਚ ਅਪਣਾ ਲੈਂਦਾ, ਉਹਦੇ ਮੁਤਾਬਕ ਉਹ ਸਾਰਾ ਜੀਵਨ ਤੁਰਿਆ ਰਹਿੰਦਾ। ਤੋ ਜਿਹੜੇ ਮਹਾਂਪੁਰਖ ਨੇ ਉਹ ਸਮੇਂ ਸਮੇਂ ਸਾਨੂੰ ਸੁੱਤਿਆਂ ਨੂੰ ਜਗਾਉਂਦੇ ਹਨ। ਇਸੇ ਤਰ੍ਹਾਂ ਭਗਤ ਕਬੀਰ ਜੀ ਸਾਨੂੰ ਇਸ ਸ਼ਬਦ ਰਾਹੀਂ ਜਗਾਉਂਦੇ ਹਨ, ਸਮਝਾਉਂਦੇ ਹਨ, ਹੋਸ਼ ਵਿੱਚ ਲਿਆਉਂਦੇ ਹਨ। ਕਿਉਂਕਿ ਮਨੁੱਖ ਕੀ ਕਰ ਰਹੇ ਨੇ, ਇਸ ਤਨ ਵਾਸਤੇ ਬੜੇ ਹੀ ਪਾਪੜ ਵੇਲਦੇ। ਜੇ ਤਨ ਦੀ ਗੱਲ ਕਰੀਏ, ਸੋਹਣੇ ਕੱਪੜੇ ਪਾਉਣ, ਸੋਹਣਾ ਭੋਜਨ ਖਵਾਉਣ, ਕੀ ਅਸੀਂ ਨਹੀਂ ਕਰਦੇ।
ਫਿਰ ਧਨ ਦੇ ਕਮਾਉਣ ਲਈ, ਚਲੋ ਕਮਾਉਣਾ ਕੋਈ ਮਾੜਾ ਨਹੀਂ, ਫਿਰ ਧਨ ਨੂੰ ਜਮ੍ਹਾਂ ਕਰਨ ਲਈ, ਦੂਜਿਆਂ ਤੋਂ ਲੁਕਾਉਣ ਲਈ, ਦੂਜਿਆਂ ਤੋਂ ਵੱਡੇ ਅਮੀਰ ਬਣਨ ਲਈ ਕੀ ਕੀ ਕਰਦਾ। ਭਗਤ ਜੀ ਕਹਿੰਦੇ ਨੇ, ਧਿਆਨ ਮਾਰ ਕੇ ਵੇਖੋ, ਇਸ ਤਨ ਧਨ ਕੀ ਕਮਨ ਵਡਾਈ। ਇਹ ਕਿਹੜੀ ਵਡਿਆਈ ਹੈ? ਧਨ ਨੂੰ ਤੁਸੀਂ ਕੀਮਤੀ ਕੱਪੜੇ ਪਾ ਲਏ, ਧਨ ਲੁੱਟ ਲੁੱਟ ਕੇ ਜਮ੍ਹਾਂ ਕਰ ਲਿਆ, ਇਹਦਾ ਕੀ ਵੱਡਾਪਨ ਹੈ? ਇਹਦੇ ਨਾਲ ਕੀ ਮਾਣ ਕਰਦੇ ਹੋ? ਹੁਣ ਦੇਖੋ, ਤਨ ਦਾ ਨੰਨਾ ਤੇ ਧਨ ਦਾ ਨੰਨਾ ਮੁਕਤਾ ਹੈ। ਹਾਲਾਂਕਿ ਤਨ ਵੀ ਇੱਕ ਵਚਨ ਹੈ ਤੇ ਧਨ ਵੀ ਇੱਕ ਵਚਨ ਹੈ। ਤੁਸੀਂ ਆਖੋਗੇ ਕਿਉਂ ਹੈ? ਨਾਲ ਕੀ ਆ ਗਿਆ? ਕੀ ਆਉਣ ਕਰਕੇ ਧਨ ਤੇ ਤਨ ਦੇ ਨੰਨੇ ਦਾ ਅੰਕੁਰ ਹਟ ਗਿਆ? ਇਹ ਹੈ ਸੰਬੰਧ ਕੀ। ਪਰ ਇਸ ਦੇ ਸੱਸੇ ਨੂੰ ਔਂਕੜ ਹੈ, ਇਸ ਤਨ ਧਨ ਕੀ ਕਮਨ ਵਡਾਈ। ਇਸ ਧਨ ਧਨ ਤੇ ਕੀ ਮਾਣ ਕਰਦੇ ਹੋ? ਕੀ ਐਵੇਂ ਲੋਕਾਂ ਨੂੰ ਸੋਹਣੇ ਬਣ ਬਣ ਕੇ ਵਿਖਾਉਂਦੇ ਹੋ, ਵੱਡੇ ਬਣ ਬਣ ਕੇ ਵਿਖਾਉਂਦੇ ਹੋ? ਧਰਨ ਪਰੈ ਉਰਵਾਰ ਨਾ ਜਾਈ। ਧਰਨ ਦੇ ਨੰਨੇ ਨੂੰ ਸਿਆਰੀ ਹੈ, ਧਰਤੀ ਵਿੱਚ ਹੀ ਰਹਿ ਜਾਏ। ਪਹਿਲੇ ਸਮਿਆਂ ਵਿੱਚ ਇਹ ਬੈਂਕ ਵਗੈਰਾ ਨਹੀਂ ਹੁੰਦੇ ਸਨ, ਲੋਕ ਧਰਤੀ ਵਿੱਚ ਪੈਸੇ ਦੱਬ ਦਿੰਦੇ ਸਨ। ਕਈਆਂ ਨੇ ਚੁੱਲ੍ਹੇ ਦੇ ਮੁੱਢ ਦੱਬ ਦੇਣੇ, ਕਈਆਂ ਨੇ ਨਲਕੇ ਦੇ ਮੁੱਢ ਦੱਬ ਦੇਣੇ, ਮਤਲਬ ਪਛਾਣ ਕਰਨ ਵਾਸਤੇ ਵੀ ਅਸੀਂ ਭੁੱਲ ਨਾ ਜਾਈਏ। ਤੇ ਕਈ ਵਾਰੀ ਮੈਂ ਦੇਖਿਆ ਕਈਆਂ ਦੇ ਨੋਟ ਚੁੱਲ੍ਹੇ ਦੇ ਮੁੱਢ ਦੱਬੇ ਹੋਏ ਸੇਕ ਨਾਲ ਹੀ ਸੜ ਗਏ, ਕਈਆਂ ਦੇ ਨਲਕੇ ਮੁੱਢ ਦੱਬੇ ਹੋਏ ਗਲੀ ਗਏ, ਰਹਿ ਗਿਆ ਧਰਤੀ ਵਿੱਚ। ਇੱਕ ਸਾਖੀ ਸੁਣਾਇਆ ਕਰਦੇ ਸਨ ਮਹਾਤਮਾ, ਕਹਿੰਦੇ ਕਿਸੇ ਬਜ਼ੁਰਗ ਨੇ ਆਪਣੇ ਬੱਚਿਆਂ ਤੋਂ ਚੋਰੀ ਲੁਕਾ ਕੇ ਦੀਵਾਰ ਦੇ ਆਲੇ ਵਿੱਚ ਕੁਝ ਪੈਸੇ, ਸੋਨਾ ਚਾਂਦੀ ਰੱਖ ਦਿੱਤਾ, ਕਿਉਂਕਿ ਬੈਂਕ ਤੇ ਹੁੰਦੇ ਨਹੀਂ ਸਨ ਤੇ ਘਰ ਵਿੱਚ ਰੱਖਿਆ ਚੋਰਾਂ ਦਾ ਡਰ ਵੀ ਹੁੰਦਾ ਸੀ। ਤੇ ਆਮ ਤੌਰ ਤੇ ਪਹਿਲਾਂ ਕੰਧਾਂ ਦੇ ਵਿੱਚ ਆਲੇ ਹੁੰਦੇ ਸਨ। ਉਹਨੇ ਆਲੇ ਦੇ ਵਿੱਚ ਉਹ ਰੱਖ ਕੇ ਤੇ ਉੱਤੋਂ ਸੀਮਟ ਫੇਰ ਦਿੱਤਾ ਜਾਂ ਪੋਚਾ ਫੇਰ ਦਿੱਤਾ ਜਾਂ ਲਿਪ ਦਿੱਤਾ। ਮਤਲਬ ਇਹ ਸੀ ਕਿ ਪਰਿਵਾਰ ਤੋਂ ਚੋਰੀ ਕਿਸੇ ਵੇਲੇ ਮੈਨੂੰ ਲੋੜ ਪੈ ਜਾਵੇ। ਹੋਇਆ ਕਿ ਜਦੋਂ ਉਹਦਾ ਅੰਤ ਸਮਾਂ ਆਇਆ ਤੇ ਉਹਦੀ ਬੋਲਤੀ ਬੰਦ ਹੋ ਗਈ। ਭਗਤ ਕਬੀਰ ਜੀ ਨੇ ਠੀਕ ਕਿਹਾ, ਕਿਉਂ ਇਸ ਤਨ ਦਾ ਮਾਣ ਕਰਦੇ? ਕਬੀਰ ਕਿਆ ਜਾਨਾ ਕਿਵ ਮਰੇਂਗੇ, ਕੈਸਾ ਮਰਨਾ ਹੋਏ। ਕਿਸੇ ਨੂੰ ਕੋਈ ਪਤਾ ਨਹੀਂ ਅੰਤ ਸਮਾਂ ਕੈਸਾ ਆਵੇ। ਕਹਿੰਦੇ ਆਵਾਜ਼ ਬੰਦ ਹੋ ਗਈ, ਪਰਿਵਾਰ ਇਕੱਠਾ ਹੋ ਗਿਆ ਤੇ ਸਾਰੇ ਸਮਝ ਗਏ ਕਿ ਹੁਣ ਬਾਪੂ ਦੀ ਤਿਆਰੀ ਹੈ। ਸਾਰੇ ਕਹਿਣ ਬਾਪੂ ਜੀ ਬੋਲੋ ਵਾਹਿਗੁਰੂ ਵਾਹਿਗੁਰੂ, ਕੋਈ ਕਹੇ ਕਹੋ ਰਾਮ ਰਾਮ, ਕੋਈ ਕਹੇ ਬਾਣੀ ਦਾ ਪਾਠ ਕਰੋ। ਹੁਣ ਬਾਪੂ ਜੀ ਦਾ ਧਿਆਨ ਉਸ ਆਲੇ ਵੱਲ ਲੱਗਾ ਹੋਇਆ, ਬਈ ਮੈਂ ਤੇ ਹੁਣ ਬੋਲ ਨਹੀਂ ਸਕਦਾ ਤੇ ਆਲੇ ਦੇ ਵਿੱਚ ਮੈਂ ਪੈਸੇ ਜਾਂ ਗਹਿਣੇ ਰੱਖੇ ਹੋਏ, ਹੁਣ ਦੱਸ ਨਹੀਂ ਸਕਦਾ। ਹੁਣ ਇਹੋ ਜਿਹੀ ਹਾਲਤ ਵਿੱਚ ਕੋਈ ਬੰਦਾ ਮਰ ਜਾਏ ਤੇ ਉਹ ਤੇ ਉੱਥੇ ਹੀ ਰਹਿ ਗਏ। ਭਗਤ ਜੀ ਕਹਿੰਦੇ ਨੇ ਪਿਆਰਿਓ, ਇਸ ਤਨ ਧਨ ਕੀ ਕਮਨ ਵਡਾਈ, ਧਰਨ ਪਰੈ ਉਰਵਾਰ ਨਾ ਜਾਈ। ਇਹ ਧਨ ਕਿਸੇ ਕਿਸੇ ਦੇ ਨਾਲ ਨਹੀਂ ਤੁਰੇ। ਇੱਥੇ ਬੜੇ ਬੜੇ ਕਰੋੜਪਤੀ ਅਰਬਪਤੀ ਵੀ ਆਏ ਤੇ ਚਲੇ, ਕਦੇ ਕੋਈ ਕੁਝ ਨਾਲ ਲੈ ਕੇ ਨਹੀਂ, ਨਾ ਤਨ ਤੇ ਨਾ ਧਨ। ਹੁਣ ਇਹ ਰਹਾਉ ਦੀ ਪੰਗਤੀ ਹੈ, ਇਹਨੂੰ ਚੰਗੀ ਤਰ੍ਹਾਂ ਸਮਝ ਲਈਏ। ਇਸ ਤਨ ਧਨ ਕੀ ਕਮਨ ਵਡਾਈ,
ਧਰਨ ਪਰੈ ਉਰਵਾਰ ਨ ਜਾਈ। ਫਿਰ ਆਖਿਆ ਚੋਆ ਚੰਦਨ ਮਰਦਨ ਅੰਗਾ। ਲੋਕ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਇਹਨਾਂ ਅੰਗਾਂ ਦੇ ਉੱਤੇ ਮਲਦੇ ਹਨ। ਇਹ ਅਟਲ ਸੱਚਾਈ ਕਹਿ ਰਹੇ ਨੇ ਕਬੀਰ ਜੀ। ਅਮੀਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਕਦੇ ਤੁਸੀਂ ਦੇਖੋ ਉਹਨਾਂ ਦੇ ਬਾਥਰੂਮ ਵਿੱਚ ਪਾਊਡਰ ਕਿੰਨੀ ਤਰ੍ਹਾਂ ਦੇ ਨੇ, ਸੈਂਟ ਕਿੰਨੀ ਤਰ੍ਹਾਂ ਦੇ ਨੇ, ਕਿਹੜੇ ਨਹੀਂ। ਉਹ ਆਪਣੇ ਸਰੀਰਾਂ 'ਤੇ ਛਿੜਕਦੇ ਵੀ ਨੇ, ਮਲਦੇ ਵੀ। ਆਖਿਆ ਇਸ ਤਨ ਦਾ ਕੀ ਮਾਣ ਕਰ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਉਹ ਸਰੀਰ ਅਖੀਰ ਵਿੱਚ ਲੱਕੜੀਆਂ 'ਤੇ ਰੱਖ ਕੇ ਬਾਲਿਆ ਜਾਂਦਾ, ਸਾੜਿਆ ਜਾਂਦਾ। ਹੁਣ ਇਸ ਅਟਲ ਸੱਚਾਈ ਤੋਂ ਕੌਣ ਮੁਨਕਰ ਹੋਵੇ। ਦੇਖੋ ਭਗਤਾਂ ਨੇ ਕਿਸੇ ਸੋਗ ਵਿੱਚ ਆ ਕੇ ਨਹੀਂ ਗੱਲ ਕਹੀ, ਉਹਨੂੰ ਤੇ ਸਿੱਖਿਆ ਦਾ ਕਮਾਈ। ਭਾਈ ਇਸ ਤਨ ਦਾ ਧਨ ਦਾ ਮਾਣ ਨਾ ਕਰੋ। ਇਸ ਤਾਨੇ ਵੀ ਨਾਲ ਨਹੀਂ ਜਾਣਾ ਤੇ ਤਾਨੇ ਵੀ ਨਾਲ ਨਹੀਂ ਜਾਣਾ। ਜਿਸ ਤਨ ਨੂੰ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਇਸ ਤਨ ਧਨ ਕੀ ਕਮਨ ਵਡਾਈ, ਧਰਨ ਪਰੈ ਉਰਵਾਰ ਨ ਜਾਈ। ਉਰਵਾਰ ਦਾ ਮਤਲਬ ਉਰੇ ਹੀ ਰਹਿ ਜਾਂਦਾ, ਪਾਰ ਪਰਲੇ ਪਾਸੇ ਜਾਂਦਾ ਹੀ ਨਹੀਂ, ਪਰ ਲੋਕ ਵੀ ਸਹਾਇਤਾ ਨਹੀਂ ਕਰ। ਰਹਾਉ ਰਾਤ ਜੇ ਸੋਮੈ ਦਿਨ ਕਰੈ ਕਾਮ। ਜਿਹੜੇ ਵੀ ਬੰਦੇ ਕਿਉਂਕਿ ਮਹਾਂਪੁਰਖਾਂ ਦੀ ਗੱਲ ਸਾਰੇ ਸੰਸਾਰ ਲਈ ਸਾਂਝੀ ਹੁੰਦੀ, ਜਿਹੜੀ ਬਹੁਤੇ ਲੋਕਾਂ 'ਤੇ ਲਾਗੂ ਹੋਵੇ ਉਹ ਸਾਂਝੀ। ਆਖਿਆ ਲੋਕ ਕੀ ਕਰਦੇ ਨੇ, ਰਾਤ ਨੂੰ ਸੌਂਦੇ ਹਨ ਤੇ ਦਿਨ ਕਰੈ ਕਾਮ, ਸਵੇਰ ਤੋਂ ਲੈ ਕੇ ਸ਼ਾਮ ਤੀਕਰ ਕੰਮ ਕਰਦੇ। ਇਹ ਵੀ ਸਾਨੂੰ ਸਮਝ ਆਉਂਦੀ। ਲੋਕ ਸਵੇਰੇ ਹੀ ਉੱਠ ਕੇ ਤੁਰ ਪੈਂਦੇ ਔਰ ਰਾਤ ਦੇਰ ਤੀਕਰ ਕੰਮ ਕਰਕੇ ਥੱਕ ਜਾਂਦੇ। ਇੱਕ ਖਿਨ ਲੇਹ ਨਾ ਹਰ ਕੋ ਨਾਮ। ਇੱਕ ਖਿਨ ਅੱਖ ਫਰਕਣ ਦੇ ਸਮੇਂ ਜਿੰਨਾ ਵੀ ਕਦੇ ਪਰਮਾਤਮਾ ਦਾ ਨਾਮ ਨਹੀਂ ਲੈਂਦਾ। ਜੇ ਕੋਈ ਕਹੇ, ਜੇ ਕੋਈ ਪ੍ਰੇਰੇ, ਜੇ ਕੋਈ ਸਮਝਾਵੇ, ਸਾਡੇ ਕੋਲ ਜੀ ਸਿਰ ਖੁਰਕਣ ਦਾ ਟਾਈਮ ਨਹੀਂ। ਕਈ ਤਾਂ ਕਹਿਣਗੇ ਸਾਡੇ ਕੋਲ ਮਰਨ ਦਾ ਟਾਈਮ ਨਹੀਂ। ਉਹ ਭਾਈ ਜਿੱਦਣ ਮਰਨਾ ਹੈ ਫਿਰ ਤੇ ਟਾਈਮ ਨਿਕਲ ਹੀ ਆਉਣਾ। ਇਹੋ ਜਿਹੀਆਂ ਹੁਜਤਾਂ ਨਾ ਕਰਿਆ ਕਰੀ। ਇਸ ਅਟਲ ਸੱਚਾਈ ਤੋਂ ਪ੍ਰੇਰਨਾ ਲਈਏ, ਸਿੱਖਿਆ ਨਹੀਂ। ਰਾਤ ਜੇ ਸੋਮੈ ਦਿਨ ਕਰੈ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਇੱਕ ਅੱਖ ਫਰਕਣ ਦੇ ਸਮੇਂ ਜਿੰਨਾ ਵੀ ਰੱਬ ਦਾ ਨਾਮ ਨਹੀਂ। ਕਬੀਰ ਜੀ ਦੀ ਬਾਣੀ 'ਚ ਬੜੀਆਂ ਮਿਸਾਲਾਂ ਹੁੰਦੀਆਂ। ਕਬੀਰ ਜੀ ਨੇ ਦੇਖਿਆ ਇੱਕ ਬੰਦਾ ਕਚਹਿਰੀ ਵਿੱਚ ਵਕੀਲ ਸੀਗਾ, ਦੀਵਾਨ ਕਹਿੰਦੇ ਸੀ ਉਸਨੂੰ। ਸਵੇਰੇ ਉੱਠਣਾ, ਨਾਸ਼ਤਾ ਪਾਣੀ ਕਰਕੇ, ਪੱਗ ਪੁੱਗ ਬੰਨ੍ਹ ਕੇ ਟੌਰ ਦੇ ਨਾਲ ਉਹਨੇ ਕਚਹਿਰੀ ਜਾਣਾ। ਇੱਕ ਦਿਨ ਭਗਤ ਜੀ ਕਹਿਣ ਲੱਗੇ, ਦੀਵਾਨ ਜੀ ਕਦੇ ਸਤ ਸੰਗਤ ਵਿੱਚ ਵੀ ਆਇਆ ਕਰੋ। ਆਂਦੇ ਭਗਤ ਜੀ ਇਹ ਵਿਹਲਿਆਂ ਦਾ ਕੰਮ ਹੈ। ਭਾਓ ਭਗਤ ਸਿਉ ਕਾਜ ਨ ਕਛੂ ਹੈ, ਮੇਰੋ ਕਾਮ ਦੀਵਾਨ। ਮੇਰਾ ਇਸ ਪ੍ਰੇਮਾ ਭਗਤੀ ਤੇ ਸੰਗਤ ਨਾਲ ਕੀ ਵਾਸਤਾ। ਮੇਰਾ ਕੰਮ ਹੈ ਕਚਹਿਰੀ ਜਾਣਾ, ਉੱਥੇ ਜਾ ਕੇ ਝੂਠ ਸੱਚ ਮੁਕੱਦਮੇ ਲੜਨੇ। ਇਹ ਆਮ ਲੋਕਾਂ ਦੀ ਹਾਲਤ ਹੈ। ਜੋ ਭਗਤ ਜੀ ਕਹਿ ਰਹੇ ਨੇ ਉਹਦੇ 'ਚ ਅਟਲ ਸੱਚਾਈ ਹੈ। ਰਾਤ ਜੇ ਸੋਵੈ ਦਿਨ ਕਰੈ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਇਹ ਲੇਹ ਨਹੀਂ ਲੈਂਦੇ। ਲੇਹ ਹਾਏ ਨੂੰ ਸਿਹਾਰੀ ਦਾ ਮਤਲਬ ਹੈ ਲੈਂਦੇ ਨਹੀਂ। ਅੱਖ ਫਰਕਣ ਦੇ ਸਮੇਂ ਜਿੰਨਾ ਵੀ ਕਦੇ ਰੱਬ ਦਾ ਨਾਂ ਨਹੀਂ। ਮਹਾਂਪੁਰਖਾਂ ਨੇ ਤੇ ਬੜੀ ਛੋਟ ਦਿੱਤੀ।
आख्या भाई तुहाडे कोल टाइम नहीं? कहने जी ना बिल्कुल नहीं। कहने चलो बहुता नहीं ते कबीर एक घड़ी आदि घड़ी आदि हूँ ते आद भगतन सेती गोष्टे जो कीनो थोला। चलो एक घड़ी नहीं अद्धी घड़ी ले लो, अद्धी तो भी अद्धी ले लो, पर नहीं जिन्होंने समझ नहीं वो इवें कहते हैं साढ़े को टाइम नहीं। तो भगत जी उन्होंने तस्वीर खिंच के सानू सब नू समझा रहे, रात जे सोवें दिन करें काम एक खिन ले न हर को नाम। ये तो आम लोगों की गल। फिर एक होर कैटागरी भी है जेड़े राजे महाराजे ने जिन्हां कोल प्यो दादे की जायदाद बड़ी है, वो की करते हैं? हाथ तडोर मुख खायो तंबोर। हाथ दे तत्थे नूं स्यारी है, हथ विच डोर। हुण आम तौर ते डोर जिहदे नाल बन के पतंग गुड़िया उड़ाई जाती उन्होंने डोर कहते। ये तो उन्होंने लोगों लिए है जिहड़े पतंग उड़ाउंदे। एक वो भी लोग ने जिहड़े शिकार खेडते बाज रखते हैं, उन्हां बाजां दी डोर अपने हथ विच फड़ी फिर। हाथ तडोर मुख खायो तंबोर। मुख दे खखे नूं स्यारी है, मूँह विच पानां दे बीड़े पा लैंदे। जिहड़े ऐशप्रस्त लोग ने ना उन्हां दी ये सारी तस्वीर भगत जी खिंच रहे। और खास करके यूपी दे लोग जिथे भगत जी रहिंदे ने उन्हां दा ते पान खाण दा ऐसा रिवाज, कोई जगह नहीं ऐसी है जो उन्हें छड्डी होवे। बाथरूम में जाओ उत्थे लिबड़िया पिया हुंदा है, गड्डियां च सफर करो उत्थे लिबड़िया। मतलब कहण तो कि ऐसी ऐशप्रस्ती दा जीवन जीउंदे। हाथ तडोर मुख खायो तंबोर। तंबोर भी आया ते तंबोल भी आया, इहदा मतलब इक्को ही है। जिहड़ा पान दे उत्ते चूना कत्था सपारी इलायची होर कोई ऐसी चीज़ पा पू के उसनूं फिर बलेट देंदे ने, उहनूं तंबोल कहंदे ने। हाथ तडोर मुख खायो तंबोर मरती बार कस बंध्यो चोर। इहो जे बंदियां दा फिर हशर की हुंदा है? मरण वेले उन्हां नूं इउं कस के बन्निया जांदा जिवें चोरां नूं हथकड़ी लाई जांदी। क्योंकि सारी उम्र कदे परमात्मा का नाम नहीं लिया, कदे चंगे पासे नहीं तुरे। मैं एक अजीज नूं नाम ते नहीं लेना प्रेरणा की, भाई तू आप भी चंगे पासे तुरया कर, बच्चों नूं भी तोरिया कर। आंदा जी बच्चों नूं की लोड़ है, मैं इन्ना कुछ कमा दिता, इन्हां कोलों मुकदा ही नहीं। मैं कहा ये सोच तेरी बिल्कुल गलत। असीं तो सुनिया सियाणियां कोलों भी खांदियां खांदियां खूह भी खाली हो जाते। उही गल हुई, उस बेचारे का एक्सीडेंट हो गया, लत्त टुट गई, मंजे ते पै गया। मुंडा सी वेलड़, सारा दिन आवारागर्दी करने वाला, थोड़े दिनों में ही भांडे खाली हो गए। वो ना भाई ये कदे भी अहंकार ना करो, कदे भी ना ऐशप्रस्त बनो ते ना बच्चों नूं बनाओ चंगी मत दे। हुण भगत जी कह रहे ने इहो जिहे लोकां दा हशर की हुंदा। हाथ तडोर, हाथ दे थत्थे नूं स्यारी, हत्थ विच डोर पकड़ी पतंगी उड़ाई जांदे, या बाजां आदक दी डोर फड़ी हुई। मुख खायो तंबोर, मूँह विच पाना दे बीड़े पाए हुए, पुरच पुरच करते फिरते
गंदियां कंधा कर दिंदा। मरती बार कस बाध्यो चोर, फिर मरती बार मਰਨ ਵੇਲੇ ਇਹਨਾਂ ਦੇ ਕੀਤੇ ਹੋਏ ਕੰਮਾਂ ਦੇ ਅਨੁਸਾਰ ਇਹਨਾਂ ਨੂੰ ਇਉਂ ਬੰਨ੍ਹ ਲਿਆ ਜਾਂਦਾ ਜਿਵੇਂ ਚੋਰਾਂ ਨੂੰ ਬੰਨ੍ਹ ਲਿਆ। ਲਓ ਹੁਣ ਭਗਤ ਜੀ ਦੂਜਾ ਪੱਖ ਸਮਝਾਉਂਦੇ ਨੇ ਤੇ ਗੁਰਮਤਿ ਰਸ ਰਸ ਹਰ ਗੁਣ ਗਾਵੇ। ਇੱਕ ਉਹ ਵੀ ਗੁਰਮੁਖ ਨੇ ਜਿਹੜੇ ਗੁਰੂ ਦੀ ਮੱਤ ਲੈ ਕੇ, ਗੁਰਮਤਿ ਦੇ ਤੱਤੇ ਨੂੰ ਸਿਹਾਰੀ ਗੁਰੂ ਦੀ ਮੱਤ ਲੈ ਕੇ, ਗੁਰੂ ਦੇ ਕਹੇ ਅਨੁਸਾਰ ਰਸ ਰਸ ਹਰ ਗੁਣ ਗਾਵੇ। ਰਸ ਰਸ ਦਾ ਮਤਲਬ ਰਸ ਲੈ ਲੈ ਕੇ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਫਿਰ ਨਿਤਨੇਮ ਕਰਦੇ ਨੇ। ਗੁਰਮਤਿ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੇ। ਆਖਿਆ ਉਹ ਰਮੇ ਹੋਏ ਰਾਮ ਦਾ ਨਾਮ ਜਪ ਕੇ, ਰਮਤ ਮੈਨਾਂ ਰਮ ਰਮ ਕੇ ਯਾਦ ਕਰ ਕਰਕੇ ਸੁੱਖ ਪਾਉਂਦੇ ਨੇ। ਸਾਨੂੰ ਤੇ ਬਾਬਾ ਜੀ ਰੋਜ਼ ਕਹਿੰਦੇ ਨੇ, ਭਾਈ ਗਾਵਿਆ ਸੁਣਿਆ ਮਨ ਰੱਖਿਆ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਿਹੜੇ ਬੰਦੇ ਪਰਮਾਤਮਾ ਨੂੰ ਯਾਦ ਰੱਖਣਗੇ, ਜਿਹੜੇ ਗੁਰੂ ਕੇ ਸਿੱਖ ਚਾਰ ਕੰਮ ਰੋਜ਼ ਕਰਨਗੇ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਠਾਉ। ਗੁਰਮਤਿ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੇ। ਕਿਰਪਾ ਕਰਕੇ ਨਾਮ ਦ੍ਰਿੜਾਈ, ਜਿਨ੍ਹਾਂ ਉੱਤੇ ਕਿਰਪਾ ਕਰਕੇ ਗੁਰੂ ਨੇ, ਤਥਾ ਵਾਹਿਗੁਰੂ ਦੀ ਕਿਰਪਾ ਦੁਆਰਾ ਗੁਰੂ ਨੇ ਨਾਮ ਦ੍ਰਿੜਾਈ, ਨਾਮ ਦ੍ਰਿੜ ਕਰਵਾ ਦਿੱਤਾ। ਉਹ ਤਾਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹ 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 ਕਰ, ਸੌਂਦੇ ਵਾਹ ਵਾਹ ਉਚਰੇ, ਉੱਠਦੇ ਵੀ ਵਾਹ ਕਰੇ। ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸੰਭਾਲੇ। ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਬਾਸ ਸੁਗੰਧ ਬਸਾਈ। ਉਹਨਾਂ ਦੇ ਅੰਦਰ ਹਰੀ ਦੇ ਨਾਮ ਦੀ ਸੁਗੰਧੀ ਖੁਸ਼ਬੂ ਵਸ ਜਾਂਦੀ। ਅਖੀਰ ਵਿੱਚ ਭਗਤ ਜੀ ਕਹਿੰਦੇ, ਕਹਿਤ ਕਬੀਰ ਚੇਤ ਰੇ ਅੰਧਾ। ਕਬੀਰ ਜੀ ਕਹਿੰਦੇ ਹਨ, ਹੇ ਅਗਿਆਨੀ ਜੀਵ, ਚੇਤ ਰੇ, ਚੇਤ ਦੇ ਤੱਤੇ ਨੂੰ ਸਿਆਰੀ ਚੇਤੇ ਕਰ, ਯਾਦ ਕਰਨਾ ਕਰ। ਦੇਖੋ ਅਸੀਂ ਕਿਸੇ ਨੂੰ ਅੰਨਾ ਕਹੀਏ ਉਹਨੂੰ ਬੁਰਾ ਲੱਗੇ, ਪਰ ਜਿਹੜੇ ਮਹਾਂਪੁਰਖ ਨੇ ਉਹ ਸਾਡੇ ਕੰਮਾਂ ਨੂੰ ਵੇਖ ਕੇ ਫਿਰ ਕਹਿੰਦੇ, ਅੰਨਿਆ ਤੈਨੂੰ ਜਾਗ ਨਹੀਂ, ਤੈਨੂੰ ਸਮਝ ਨਹੀਂ ਆਈ। ਕਹਿਤ ਕਬੀਰ ਚੇਤ ਰੇ ਅੰਧਾ, ਸਤ ਰਾਮ ਝੂਠਾ ਤਬ ਧੰਦਾ। ਸਤ ਤੱਤੇ ਨੂੰ ਸਿਆਰੀ ਹੈ ਭਾਈ, ਇੱਕ ਰਾਮ ਦਾ ਨਾਮ ਹੀ ਸੱਚਾ, ਤਥਾ ਸਦਾ ਰਹਿਣ ਵਾਲਾ ਤੇ ਸਦਾ ਨਿਭਣ ਵਾਲਾ ਪਰਮਾਤਮਾ ਦਾ ਨਾਮ। ਝੂਠਾ ਤਬ ਧੰਦਾ, ਬਾਕੀ ਜਿਤਨੇ ਧੰਦੇ ਤੂੰ ਕਰ ਰਿਹਾ ਇਹ ਫਜ਼ੂਲ ਹਨ, ਇਹ ਝੂਠੇ ਹਨ, ਇਹਨਾਂ ਨੇ ਤੇਰਾ ਕੋਈ ਸਾਥ ਨਹੀਂ ਦੇਣਾ। ਰੋਜ਼ ਗੁਰਬਾਣੀ ਵਿੱਚ ਪੜ੍ਹਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤਾਂ ਭਗਤ ਜੀ ਨੇ ਕਿਤਨੇ ਸਰਲ ਅਤੇ ਸੌਖੇ ਸ਼ਬਦਾਂ ਵਿੱਚ ਸਾਨੂੰ ਜਗਾਇਆ ਹੈ, ਸਮਝਾਇਆ ਹੈ। ਗੁਰੂ ਕਿਰਪਾ ਕਰੇ ਸਾਡੀ ਸਮਝ ਵਿੱਚ ਆ ਜਾਏ ਔਰ ਧੰਨ ਗੁਰੂ ਰਾਮਦਾਸ ਜੀ ਦੀ ਦਿੱਤੀ ਹੋਈ ਜੀਵਨ ਜਾਚ ਅਪਣਾ ਲਈਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਇਹ ਨਾ ਪੁੱਛਿਆ ਕਰੋ ਫਿਰ ਕੀ ਹੋਵੇਗਾ ਜੀ, ਫਿਰ ਸਾਡਾ ਨਿਤਨੇਮ ਪ੍ਰਵਾਨ ਹੋ ਜਾਏਗਾ। ਅਰੇ ਕਰਕੇ ਦੇਖੋ, ਫਿਰ ਉਸ ਦਾ ਆਨੰਦ ਮਾਣੋ। ਮਹਾਂਪੁਰਖਾਂ ਨੇ, ਗੁਰੂਆਂ ਨੇ ਜੋ ਕੁਝ ਕਿਹਾ ਉਹ ਸਾਡੇ ਭਲੇ ਲਈ ਕਿਹਾ, ਉਹ ਸਾਡੇ ਹਿੱਤ ਲਈ ਕਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
गौड़ी कबीर जी ते पदे चार तुके, जम ते उल्ट भय है राम, दुख बिन से सुख कियो विश्राम। बैरी उल्ट भय है मीता, साकत उल्ट सुजन भय चीता। अब मोए सर्व कुशल कर मानिया, शांत भई जब गोबिंद जानिया। रहाओ तन में होती कोट उपाद, उल्ट भई सुख सहज समाद। आप पछाने आपे आप, रोग न व्यापे तीनों ताप। अब मन उल्ट सनातन हुआ, तब जानिया जब जीवत मुआ। कहो कबीर सुख सहज समावो, आप न डरो न अवर डराओ। वाहिगुरु जी का खालसा, वाहिगुरु जी की फतेह। गुरु सवारी साध संगत, कितनियां मुश्किलां हल हो रਹੀਆਂ ਹਨ ਗੁਰਬਾਣੀ ਦੀ ਵਿਚਾਰ ਕਰਕੇ। ਭਗਤ ਕਬੀਰ ਜੀ ਦਾ ਇਹ ਸ਼ਬਦ ਸਾਨੂੰ ਇੱਕ ਉਸ ਅਵਸਥਾ ਵਿੱਚ ਲਿਜਾਂਦਾ ਹੈ ਕਿ ਜਿਵੇਂ ਅਸੀਂ ਪਹਿਲਾਂ ਕੋਈ ਕੰਮ ਨਹੀਂ ਕਰਦੇ ਸਾਂ, ਉਦੋਂ ਹਾਲਤ ਕੁਝ ਹੋਰ ਸੀ। ਜਦੋਂ ਅਸੀਂ ਗੁਰੂ ਦੀ ਦੱਸੀ ਹੋਈ ਜੀਵਨ ਜਾਚ ਮੁਤਾਬਕ ਤੁਰ ਪਏ, ਹੁਣ ਅਵਸਥਾ ਬਦਲ ਗਈ। ਹੋਰ ਸੌਖਾ ਕਰਕੇ ਸਮਝੀਏ, ਜਦੋਂ ਤੀਕਰ ਸਕੂਲ ਵਿੱਚ ਵਿਦਿਆ ਪੜ੍ਹਨ ਨਹੀਂ ਗਏ, ਉਦੋਂ ਤੀਕਰ ਮਨ ਦੀ ਅਵਸਥਾ ਹੋਰ ਸੀ। ਜਦੋਂ ਸਕੂਲ ਵਿੱਚ ਜਾਣ ਲੱਗ ਪਏ, ਪੜ੍ਹਨਾ ਸ਼ੁਰੂ ਕਰ ਦਿੱਤਾ, ਹੌਲੀ ਹੌਲੀ ਅੱਖਰੀ ਗਿਆਨ ਹੋਇਆ, ਲਿਖਣਾ ਆਇਆ, ਪੜ੍ਹਨਾ ਆਇਆ। ਹੁਣ ਅਸੀਂ ਅਨਪੜ੍ਹ ਤੋਂ ਪੜ੍ਹੇ ਲਿਖੇ ਬਣ ਗਏ।
ਗੱਲ ਕੀ ਭਗਤ ਜੀ ਸਾਨੂੰ ਪ੍ਰੇਰਨਾ ਕਰਦੇ ਨੇ। ਕਹਿੰਦੇ ਭਾਈ ਜਦੋਂ ਸਤ ਸੰਗਤ ਵਿੱਚ ਜਾਵਾਂਗੇ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਾਂਗੇ, ਇਹ ਸਭ ਕੁਝ ਬਦਲ ਜਾਏ। ਇਸੇ ਲਈ ਸਿਆਣਿਆਂ ਨੇ ਕਿਹਾ ਹੈ ਕਿ ਸੰਗਤ ਦਾ ਬੜਾ ਪ੍ਰਭਾਵ ਹੁੰਦਾ। ਜੈਸੀ ਸੰਗਤ ਵੈਸੀ ਰੰਗਤ। ਸੁਸਾਇਟੀ ਮੋਲਡ ਏ ਮੈਨ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਕੁਝ ਲੋਕ ਢੇਰੀ ਢਾ ਕੇ ਬੈਠ ਜਾਂਦੇ ਨੇ, ਨਹੀਂ ਜੀ ਸਾਡਾ ਤੇ ਨਹੀਂ ਬਣ ਸਕਦਾ, ਸਾਡਾ ਤੇ ਨਹੀਂ ਸਬਰ ਸਕਦਾ। ਭਗਤ ਜੀ ਆਂਦੇ ਨੇ ਐਸਾ ਨਾ ਕਹੋ, ਉਦਮ ਕਰੋ, ਗੁਰੂ ਦੇ ਦੱਸੇ ਅਨੁਸਾਰ ਚਲੋ, ਸਭ ਕੁਝ ਬਦਲ ਜਾਏਗਾ। ਮੇਰਾ ਬਦਲ ਗਿਆ, ਤੁਹਾਡਾ ਕਿਉਂ ਨਹੀਂ ਬਦਲੇਗਾ। ਇਸੇ ਲਈ ਭਗਤ ਕਬੀਰ ਜੀ ਨੇ ਕਿਹਾ ਕਿ ਮੰਮਾ ਮਨ ਸਿਉ ਕਾਜ ਹੈ। ਪਹਿਲੀ ਗੱਲ ਸਮਝ ਲਓ ਕਿ ਸਾਡਾ ਕੰਮ ਮਨ ਨਾਲ ਹੈ। ਇਹ ਜੀਵਨ ਦੀ ਸਫਲਤਾ, ਜੀਵਨ ਦਾ ਵਿਗੜਨਾ, ਇਹ ਮਨ ਨਾਲ ਸੰਬੰਧਿਤ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਜਿਸ ਮਨ ਨੂੰ ਸਵਾਰ ਲਓ, ਇਹ ਕਾਰਜ ਸਬਰ ਜਾਏ। ਇਸ ਲਈ ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਕਬੀਰ ਜੀ ਕਹਿੰਦੇ ਨੇ ਮੈਂ ਤੇ ਆਪਣੇ ਮਨ ਨੂੰ ਹੀ ਕਹਿੰਦਾ, ਕਿਉਂਕਿ ਮਨ ਵਰਗਾ ਕੋਈ ਮਿੱਤਰ ਨਹੀਂ ਹੈਗਾ। ਇਸੇ ਲਈ ਗੁਰਬਾਣੀ ਗੁਰੂ ਜੀ ਕਹਿੰਦੇ ਨੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਸਾਰੀ ਗੁਰਬਾਣੀ ਮਨ ਪ੍ਰਥਾਏ ਕਹਿ ਰਹੀ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਝ। ਇਹ ਕੁਟੰਬ ਤੂੰ ਜੇ ਦੇਖਦਾ, ਚਲੇ ਨਾ ਹੀ ਤੇਰੇ ਨਾਲੇ। ਬੇਅੰਤ ਵਾਰੀ ਮਹਾਰਾਜ ਨੇ ਬਾਣੀ ਵਿੱਚ ਮਨ ਨੂੰ ਸਮਝਾਉਣ ਲਈ ਕਿਹਾ। ਭਗਤ ਕਬੀਰ ਜੀ ਕਹਿੰਦੇ ਨੇ, ਪਹਿਲਾਂ ਮੇਰੀ ਵੀ ਹਾਲਤ ਇਹ ਸੀ, ਪਰ ਜਦੋਂ ਮੈਂ ਸਤ ਸੰਗਤ ਕੀਤੀ, ਜਦੋਂ ਮੈਂ ਸਿਮਰਨ ਕੀਤਾ, ਹੁਣ ਮੇਰੇ ਵਿੱਚ ਤਬਦੀਲੀ ਆ ਗਈ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਅਬ ਹੁਣ, ਮੋਹੇ ਮੈਨੂੰ, ਸਰਬ ਕੁਸ਼ਲ ਕਰ ਮਾਨਿਆ। ਹਰ ਵੇਲੇ ਹਰ ਪਾਸੇ ਸੁੱਖ ਹੀ ਸੁੱਖ ਹੋ। ਕਦੋਂ ਹੋਇਆ? ਸ਼ਾਂਤ ਭਈ ਜਬ ਗੋਬਿੰਦ ਜਾਨਿਆ। ਹੁਣ ਮਨ ਦੇ ਅੰਦਰ ਠੰਡ ਆ ਗਈ, ਸ਼ਾਂਤੀ ਆ ਗਈ। ਹਰ ਬੰਦਾ ਭਟਕ ਰਿਹਾ, ਕਹਿ ਰਿਹਾ ਮੇਰਾ ਮਨ ਬੜਾ ਸ਼ਾਂਤ ਹੈ, ਮੇਰਾ ਮਨ ਬੜਾ ਸ਼ਾਂਤ ਹੈ। ਅਰੇ ਮਹਾਂਪੁਰਖਾਂ ਤੋਂ ਸਿੱਖਿਆ ਲਈਏ, ਰੱਬ ਦੇ ਪਿਆਰਿਆਂ ਤੋਂ ਪ੍ਰੇਰਨਾ ਲਈਏ, ਜਾਚ ਸਿੱਖੀ। ਗੁਰੂ ਸੰਗਤ ਵਿੱਚ ਆਉਣ ਦਾ ਮਕਸਦ ਹੀ ਇਹ ਹੈ। ਪਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਵੀ ਅਸੀਂ ਗੁਰੂ ਸੰਗਤ ਵਿੱਚ ਸਿੱਖਣ ਲਈ ਨਹੀਂ ਆਉਂਦੇ, ਅਸੀਂ ਤੇ ਚੌਧਰ ਕਰਨ ਆਉਂਦੇ ਹਾਂ, ਅਸੀਂ ਤੇ ਪਾਰਟੀਬਾਜ਼ੀ ਬਣਾਉਣ ਆਉਂਦੇ ਹਾਂ। ਇਸੇ ਲਈ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ। ਕਬੀਰ ਜੀ ਬਾਂਹ ਉਲਾਰ ਕੇ ਕਹਿ ਰਹੇ ਨੇ, ਭਾਈ ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ। ਅਬ ਤੇ ਤਬ ਤੇ ਕਬ, ਇਹ ਸ਼ਬਦ ਆਮ ਤੌਰ ਤੇ ਵਰਤੇ ਜਾਂਦੇ। ਅਬ ਦਾ ਮਤਲਬ ਹੈ ਹੁਣ, ਜਬ ਦਾ ਮਤਲਬ ਹੈ ਜਦੋਂ, ਕਬ ਦਾ ਮਤਲਬ ਹੈ ਕਦੋਂ, ਤਬ ਦਾ ਮਤਲਬ ਤਦੋਂ। ਪਹਿਲਾਂ ਕੁਝ ਹੋਰ ਸੀ, ਹੁਣ ਕੁਝ ਹੋਰ ਹੋ ਗਿਆ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ। ਹੁਣ ਮੈਂ ਹਰ ਜਗ੍ਹਾ ਹਰ ਵੇਲੇ ਕੁਸ਼ਲ ਸੁੱਖ ਕਰਕੇ ਮੰਨੇ। ਭਾਵ ਮੈਨੂੰ ਸੁੱਖ ਹੋ ਗਿਆ। ਕਦੋਂ ਹੋਇਆ? ਸ਼ਾਂਤ ਭਈ ਜਬ ਗੋਬਿੰਦ ਜਾਨਿਆ। ਹੁਣ ਮੇਰੇ ਅੰਦਰ ਸ਼ਾਂਤੀ ਆ ਗਈ।
ठंड वरत गई, मेरी चिंता मेरी भटकना मुक गई है। कदों? जब गोबिंद जाने आ, ਜਦੋਂ ਗੋਬਿੰਦ ਨੂੰ ਜਾਣੇ, ਗੋਬਿੰਦ ਨਾਲ ਸਾਂਝ ਪੈ ਗਈ ਹੈ, ਗੋਬਿੰਦ ਨਾਲ ਮਿੱਤਰਤਾ ਹੋ ਗਈ ਹੈ, ਗੋਬਿੰਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਕੌਣ ਕਹਿੰਦਾ ਕਿ ਜੀਵਨ ਨਹੀਂ ਬਦਲਦਾ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜੇ ਪਾਈ ਹੋਵੇ ਤਾਂ, ਜੇ ਗੁਰੂ ਦੀ ਸੰਗਤ ਵਿੱਚ ਆ ਕੇ ਕੁਝ ਸਿੱਖਿਆ ਹੋਵੇ ਤਾਂ, ਅੱਜ ਤੱਕ ਸਿੱਖਿਆ ਹੀ ਕੁਝ ਨਹੀਂ। ਬਦਨਾਮ ਗੁਰਦੁਆਰੇ ਨੂੰ ਕਰ ਰਹੇ ਹਾਂ, ਗਲਤੀਆਂ ਸਾਡੀਆਂ ਆਪਣੀਆਂ। ਮੈਂ ਤੇ ਕਈ ਵਾਰੀ ਕਹਿਣਾ ਕਿ ਜੇ ਕੋਈ ਕਮਰਾ ਹੈ ਉਹਦੇ 'ਚ ਬਹਿ ਕੇ ਸਿਮਰਨ ਕਰੋ, ਪਾਠ ਕਰੋ, ਬਾਣੀ ਪੜ੍ਹੋ, ਉਹ ਪਵਿੱਤਰ ਹੋ ਜਾਏਗਾ। ਅਤੇ ਜੇ ਉਸੇ ਕਮਰੇ ਵਿੱਚ ਬਹਿ ਕੇ ਸ਼ਰਾਬ ਪੀਓ, ਮਾਸ ਖਾਓ, ਹੋਰ ਕੋਈ ਭੈੜਾ ਕੰਮ ਕਰੋ, ਅਪਵਿੱਤਰ ਹੋ ਜਾਏਗਾ। ਤੋ ਕਮਰਾ ਤਾਂ ਆਪਣੇ ਆਪ ਵਿੱਚ ਪਵਿੱਤਰ ਨਹੀਂ, ਕੰਮ ਜੇ ਅਸੀਂ ਕੀਤਾ, ਜੇ ਚੰਗਾ ਕਰਾਂਗੇ ਪਵਿੱਤਰ, ਮਾੜਾ ਕਰਾਂਗੇ ਅਪਵਿੱਤਰ। ਤੋ ਭਗਤ ਜੀ ਕਹਿੰਦੇ ਨੇ, ਅਬ ਮੋਏ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਨਿਆ। ਹੁਣ ਮੇਰੇ ਅੰਦਰ ਠੰਡ ਵਰਤ ਗਈ। ਕਦੋਂ? ਜਦੋਂ ਮੈਂ ਗੋਬਿੰਦ ਨੂੰ ਜਾਣਿਆ। ਇਹੀ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਕਰੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਹੁਣ ਮੈਨੂੰ ਕੋਈ ਵੈਰੀ ਨਜ਼ਰ ਹੀ ਨਹੀਂ ਆਉਂਦਾ, ਹੁਣ ਮੈਨੂੰ ਬਗਾਨਾ ਕੋਈ ਨਜ਼ਰ ਹੀ ਨਹੀਂ ਆਉਂਦਾ। ਹੁਣ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਹੈ ਰਹਾਉ ਦੀ ਪੰਕਤੀ। ਇਹਨੂੰ ਚੰਗੀ ਤਰ੍ਹਾਂ ਸਮਝਣਾ ਹੈ। ਅਬ ਮੋਹੇ ਸਰਬ ਕੁਸ਼ਲ ਕਰ ਮਾਨੇ। ਪਹਿਲਾਂ ਕੁਝ ਹੋਰ ਅਵਸਥਾ ਸੀ, ਹੁਣ ਕੁਝ ਹੋਰ ਹੋ ਗਈ। ਸ਼ਾਂਤ ਭਈ ਜਬ ਗੋਬਿੰਦ ਜਾਨਿਆ। ਇਹਦਾ ਮਤਲਬ ਪਹਿਲਾਂ ਅਸੀਂ ਮੈਂ ਮੇਰੀ ਵਿੱਚ ਫਸੇ ਹੋਏ ਸੀ, ਅਸੀਂ ਜ਼ਾਤਾਂ ਪਾਤਾਂ ਵਿੱਚ ਫਸੇ ਹੋਏ ਸੀ, ਆਪਣੇ ਤੇ ਬਗਾਨੇ ਵਿੱਚ ਫਸੇ ਹੋਏ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਫਰਮਾਉਂਦੇ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਰ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁਟੈ, ਗੁਰ ਪ੍ਰਸਾਦ ਨਾਨਕ ਹੋਂ ਛੁਟੈ। ਜਦੋਂ ਗੁਰੂ ਦੀ ਕਿਰਪਾ ਹੋਵੇ। ਗੁਰੂ ਦੀ ਕਿਰਪਾ ਕਦੋਂ ਹੋਵੇਗੀ? ਜਦੋਂ ਗੁਰੂ ਦੀ ਗੱਲ ਮੰਨਾਂਗੇ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਕਹਿੰਦੇ, ਮੈਨੂੰ ਤੇ ਗੁਰੂ ਨੇ ਕਹਿ ਦਿੱਤਾ, ਭਾਈ ਜਿਸ ਦਿਨ ਤੂੰ ਵੈਰੀ ਤੇ ਮਿੱਤਰ ਦੀ ਸੋਚ ਨੂੰ ਛੱਡ ਦੇ, ਤੈਨੂੰ ਕੋਈ ਚਿੰਤਾ ਹੋਏਗੀ ਨਹੀਂ। ਤੇ ਜਦੋਂ ਤੀਕਰ ਤੂੰ ਇਸ ਉਲਝਣ 'ਚ ਫਸਿਆ ਰਹੇਗਾ, ਫਿਰ ਜੇ ਤੂੰ ਕਿਸੇ ਨੂੰ ਵੈਰੀ ਸਮਝੇਗਾ ਤੇ ਅਗਲਾ ਕਿਹੜਾ ਘੱਟ ਕਰੇਗਾ। ਇਸ ਲਈ ਜੇ ਤੂੰ ਚਾਹੁੰਦਾ ਹੈ ਕਿ ਮੈਂ ਸੁਖੀ ਹੋ ਜਾਵਾਂ, ਫਿਰ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੈ ਮੇਰੇ ਭਰਾ, ਹੈ ਮੇਰੇ ਮਿੱਤਰ, ਜੇ ਤੂੰ ਦੂਜਿਆਂ ਦਾ ਬੁਰਾ ਚਿਤਵਣਾ ਛੱਡ ਦੇਵੇਂ, ਤੈਨੂੰ ਬੁਰਾਈ ਨਜ਼ਰ ਹੀ ਨਹੀਂ ਆਵੇ, ਤੇਰੇ ਅੰਦਰ ਭੈੜਾ ਵਿਚਾਰ ਆਵੇਗਾ ਹੀ ਨਹੀਂ। ਕਈ ਲੋਕ ਕਹਿੰਦੇ ਜੀ ਅਸੀਂ ਤੇ ਨਹੀਂ ਕਿਸੇ ਦਾ ਬੁਰਾ ਚਿਤਵਦੇ, ਜੇ ਸਾਡਾ ਕੋਈ ਚਿਤਵੇ, ਮਹਾਰਾਜ ਗਰੰਟੀ ਦਿੰਦੇ ਨੇ, ਜੇ ਤੁਸੀਂ ਨਹੀਂ ਕਿਸੇ ਦਾ ਬੁਰਾ ਚਿਤਵੋਗੇ ਤਾਂ ਨਿਰਵੈਰ ਹੈ ਸੰਗ, ਜੋ ਵੈਰ ਰਚਾਏ ਆਪਣੇ ਘਰ ਲੂਕੀ ਲਾਏਂਦਾ। ਜਿਹੜਾ ਕਿਸੇ ਨਿਰਵੈਰ ਨਾਲ ਵੈਰ ਕਰੇਗਾ ਨਾ, ਉਹ ਆਪਣੇ ਘਰ ਨੂੰ ਆਪ ਚੁਆਤੀ ਲਾਏਗਾ, ਤੁਹਾਡਾ ਕੱਖ ਨਹੀਂ ਵਿਗੜਦਾ।
कैसी सुंदर सिक्ख्या देती। गुरु अर्जुन देव पातशाह ते फरमांदे ने, सब को मीत हम आपन कीना, हम सबना के साजन, दूर परायो मन का बिरहा, ता मेल कियो मेरे राजन। मैं तो सब नूं अपना मित्र समझ, मेरा दुश्मन कोई है ही नहीं। लो ठंड वरत गई। अब मोए सर्व कुशल कर मानिया, शांत भई जब गोबिंद जानिया। बस जीवन का तरीका बदलने की लोड़ है, जीवन का ढंग बदलने की लोड़ है। ਜਿਹੜੇ गुरु के आखे लग के जीवन का तरीका बदल लेणगे वो सुखी हो जाण। फिर की होवेगा? जम ते उल्ट भय है राम, जम ते उल्ट भय है राम। जिन्होंने मैं जम समझदा सी वो तो मेरे हुण मित्र बन गए, वो तो मेरे लिए राम रूप बन गए। देखो, जिन्हें चोरी करनी है, जिन्हें भैड़े काम करने, उन्होंने पुलिस नूं वेख के डर लगेगा, ते जिन्हें भैड़े काम नहीं करने उन्होंने पुलिस वाले की कहणगे? ਉਹਦੇ वास्ते तो भी मित्र बन जाण। जम ते उल्ट भय है राम। मैं कई बारी बस विच सफ़र करदियां, गड्डी विच सफ़र करदियां, कई ट्रकां दे पिछे कई गल्लां बड़ियां चंगियां लिखियां हुंदियां, मैं उन्हां नूं बड़ा याद करदा। एक दिन सफ़र कर रहा सी बस में, सामने लिखिया सी, दूसरों को इज्जत दो तुम्हें मुफ्त में इज्जत मिलेगी। जे असी किसी का सत्कार करांगे तो सानू भी सत्कार मिले। सफ़र करदियां एक बच्ची जिहदे कुछड़ एक छोटा जिहा बाल सी, बस खचाखच भरी हुई सी, ਉਹਨੂੰ बैठण की कोई जगह नहीं सी। दास ने अपनी सीट छड़ दी तो ਉਹਨੂੰ ਕਿਹਾ, बेटा इत्थे बैठ जा। वो बैठ गई। पहला तो उन्हें कहा, बापू जी कोई तुसीं बैठे रहो। मैं कहा, नहीं बेटा तेरे को बच्चा है, बैठ जा। वो बैठ गई। मैनू 10 बंदियां ने कहा, बाबा जी मेरे को आ जाओ, मेरे को आके बैठो। लो, कोई त्याग करने की भावना भी होवे, कोई किसी दूजे नाल प्यार सत्कार करने की भावना भी होवे, फिर वेखो कितनी इज्जत मिलती। भगत जी कहते ने, जम ते उलट भय है राम, दुख बिन से सुख कियो बितराम। जे आप हर वेले साजिशां करनियां, दूजियां दे विरुद्ध विਉਂਤਬੰਦੀ करनी, ਉਹਦਾ किवें बिगाड़ीए, ਉਹਦਾ किवें घर ढाईए, ਉਹਦਾ किवें नुकसान करिए, फिर अगला घट करे। कबीर जी कहते ने, मैनू तो बड़ा आनंद आया। अब मोए सर्व कुशल कर मानिया, शांत भई जब गोबिंद जानिया। जदों दी मैनू समझ आ गई कि जिहड़ा रब मेरे विच है, ये रब इहदे विच भी है, तो की होया? जम ते उलट भय है राम, दुख बिन से सुख कियो बितराम। हुण दुख खैड़ा छड्ड गए, हुण अंदर सुख ही सुख है। बैरी उलट भय है मीता। वो मेरे ज्ञान इंद्रे ਜਿਹੜੇ ਮੈਨੂੰ ਵਿਕਾਰਾਂ ਵਾਲੇ ਪਾਸੇ ਲਾਉਂਦੇ ਸਨ, ਮੇਰੇ ਦੁਸ਼ਮਣ ਸਨ, ਹੁਣ ਉਹ ਮੇਰੇ ਮਿੱਤਰ ਬਣ ਗਏ। ਹੁਣ ਉਹ ਮੈਨੂੰ ਚੰਗੀ ਮੱਤ ਦਿੰਦੇ ਨੇ, ਮੈਨੂੰ ਭੈੜੇ ਪਾਸੇ ਜਾਣ ਹੀ ਨਹੀਂ ਦਿੰਦੇ। ਸਾਕਤ ਉਲਟ ਸੁਜਨ ਬੈ ਚੀਤਾ। ਉਲਟ ਦਾ ਮਤਲਬ ਹੈ ਬਦਲ ਕੇ। ਪਹਿਲਾਂ ਸੁਭਾਅ ਇਹੋ ਜਿਹਾ ਸੀ, ਹੁਣ ਸੁਭਾਅ ਇਹੋ ਜਿਹਾ। ਸਾਕਤ ਦਾ ਮਤਲਬ ਜਿਹੜੇ ਮੇਰੇ ਵਿਚਾਰ ਰੱਬ ਤੋਂ ਟੁੱਟੇ ਹੋਏ ਸੀ, ਉਹ ਹੁਣ ਬਦਲ ਗਏ ਨੇ। ਸੁਜਨ ਬਹਿ ਚੀਤਾ, ਹੁਣ ਮੇਰੇ ਚਿੱਤ ਵਿੱਚ ਉਹ ਸਾਰੇ ਸ੍ਰੇਸ਼ਟ ਜਨ ਚੰਗੇ ਬਣ ਗਏ। ਹੁਣ ਮੈਂ ਕਿਸੇ ਦਾ ਬੁਰਾ ਚਿਤਵਦਾ ਹੀ ਨਹੀਂ। ਅਬ ਮੋਏ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਨਿਆ। ਆ ਥੋੜੇ ਦਿਨ ਪਹਿਲਾਂ ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ, ਆ ਹੁਣ ਮੁਸੀਬਤ ਆਈ ਹੈ ਨਾ, ਸਾਰੇ ਸਿੱਧੇ ਤੀਰ ਹੋ ਗਏ ਨੇ। ਸਭ ਨੂੰ ਭੁੱਲ ਗਿਆ ਮੁਸਲਮਾਨ, ਹਿੰਦੂ, ਸਿੱਖ ਝਗੜੇ ਸਾਰੇ ਮੁੱਕੇ। ਇਹ ਰੱਬ ਨੇ ਕੋਈ ਕਲਾ ਹੀ ਵਰਤਾਈ ਤੇ ਰੱਬ ਵਰਤਾਉਂਦਾ ਹੈ।
तो भगत जी कहते ने अब मोए सर्ब कुशल कर मानिया, शांत भई जब गोबिंद जानिया। रहाओ तन में होती कोट उपाद, कोट ते टैंके नूं सिहारी है। मेरे शरीर विच अनेकां उपाधियां सन, अनेकां भैड़वियां चितमनियां सन, सोचां सन। हुण की होया? उलट भई सुख सहज समाध। ਜਦੋਂ ਮੈਂ ਦੂਜਿਆਂ ਦਾ ਬੁਰਾ ਚਿਤਮਣਾ ਛੱਡ ਦਿੱਤਾ, ਜਦੋਂ ਮੈਂ ਕਿਸੇ ਦੇ ਵਿਰੁੱਧ ਕੋਈ ਸਾਜ਼ਿਸ਼ ਕਰਦਾ ਹੀ ਨਹੀਂ, ਹੁਣ ਸੁਖ ਸਹਿਜ ਸਮਾਧ, ਹੁਣ ਸਹਿਜ ਅਵਸਥਾ ਵਿੱਚ ਮੇਰੀ ਸਮਾਧੀ ਲੱਗ ਗਈ। ਹੁਣ ਮੈਂ ਅਡੋਲ ਹੋ ਗਿਆ, ਹੁਣ ਮੈਨੂੰ ਨੀਂਦਰ ਵੀ ਚੰਗੀ ਆਉਂਦੀ, ਚਿੰਤਾ ਚਿੰਤਾ ਸਭ ਮੁੱਕ ਗਈ। ਆਪ ਪਛਾਨੈ ਆਪੈ ਆਪ, ਜਦੋਂ ਆਪਣੇ ਆਪ ਨੂੰ ਪਛਾਣ ਲਿਆ ਬਈ ਉਹ ਵਾਹਿਗੁਰੂ ਮੇਰੇ ਵਿੱਚ ਵੀ ਹੈ, ਇਹਨਾਂ ਵਿੱਚ ਵੀ ਹੈ। ਜੇ ਮੈਨੂੰ ਤਕਲੀਫ ਹੁੰਦੀ ਹੈ ਤੇ ਇਹਨਾਂ ਨੂੰ ਵੀ ਹੁੰਦੀ ਹੋਵੇ। ਫਰੀਦ ਜੀ ਨੇ ਲਿਖਿਆ, ਫਰੀਦਾ ਸਭਨਾ ਮਨ ਮਾਣਕ, ਠਾਹਣ ਮੂਲ ਮਚੰਗਵਾ। ਸਾਰਿਆਂ ਦੇ ਮਨ ਬੜੇ ਕੀਮਤੀ ਮਾਣਕ ਨੇ, ਕਿਸੇ ਨੂੰ ਠੇਸ ਪਹੁੰਚਾਉਣੀ ਚੰਗੀ ਨਹੀਂ। ਜੇ ਤਉ ਪਿਰਿਆ ਦੀ ਸਿੱਖ, ਹਿਆਓ ਨਾ ਠਾਹੇ ਕਹੀਂਦਾ। ਜੇ ਤੈਨੂੰ ਪਿਆਰੇ ਦੇ ਮਿਲਣ ਦੀ ਤਾਂਘ ਹੈ ਨਾ, ਫਿਰ ਦੂਜਿਆਂ ਦੇ ਹਿਰਦੇ ਨਾ ਦੁਖਾਇਆ ਕਰ। ਕਹਿੰਦੇ ਆਪ ਪਛਾਨੈ ਆਪੇ ਆਪ। ਜਿਸ ਦਿਨ ਮੈਨੂੰ ਆਪਣੇ ਆਪ ਦੀ ਸਮਝ ਆ ਗਈ, ਜਿਸ ਦਿਨ ਮੈਂ ਆਪਣਾ ਆਪ ਪਛਾਣ ਕੇ ਸਮਝਿਆ ਤੇ ਸਾਰਿਆਂ ਵਿੱਚੋਂ ਤੇ ਰੱਬ ਹੈ। ਮੇਰੇ ਵਿੱਚ ਜੇ ਰੱਬ ਹੈ ਤੇ ਇਹਨਾਂ ਵਿੱਚ ਵੀ ਰੱਬ ਹੈ। ਗੁਰਬਾਣੀ ਇਹੋ ਹੀ ਕਹਿ ਰਹੀ, ਭਾਈ ਅੰਤਰ ਬਾਹਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਆਪ ਪਛਾਨੈ ਆਪੈ ਆਪ, ਰੋਗ ਨ ਵਿਆਪੈ ਤੀਨੋਂ ਤਾਪ। ਆਖਿਆ ਜਿਹੜੇ ਤਿੰਨ ਤਾਪ ਕਹੇ ਜਾਂਦੇ ਨਾ, ਆਦ ਵਿਆਦ ਉਪਾਦ, ਹੁਣ ਮੈਨੂੰ ਵਿਆਪਦੇ ਹੀ ਨਹੀਂ। ਹੁਣ ਮੇਰੇ ਅੰਦਰ ਕੋਈ ਇਸ ਤਰ੍ਹਾਂ ਦੀ ਬਾਤ ਰਹੀ ਨਹੀਂ। ਹੁਣ ਕੀ ਹੋਇਆ? ਅਬ ਮਨ ਉਲਟ ਸਨਾਤਨ ਹੁਆ। ਹੁਣ ਮੇਰਾ ਮਨ ਉਲਟ ਬਦਲ ਕੇ ਸਨਾਤਨ ਹੁਆ। ਸਨਾਤਨ ਸ਼ਬਦ ਦੇ ਅਖਰੀ ਅਰਥ ਨੇ ਪੁਰਾਤਨ। ਯਾਦ ਰੱਖੋ ਸਾਡਾ ਪੁਰਾਣਾ ਸੁਭਾਅ ਕੀ ਸੀ। ਆਮ ਤੌਰ 'ਤੇ ਛੋਟੇ ਬੱਚੇ ਨੂੰ ਕੀ ਕਿਹਾ ਜਾਂਦਾ ਜੀ? ਰੱਬ ਦਾ ਰੂਪ ਹੈ। ਕਿਉਂ? ਇਹਦੇ ਵਿੱਚ ਰੱਬ ਵਰਗੇ ਗੁਣ ਹਨ। ਜਿਵੇਂ ਰੱਬ ਨਿਰਛਲ ਹੈ, ਰੱਬ ਨਿਰਵੈਰ ਹੈ, ਰੱਬ ਨਿਸ਼ਕਪਟ ਹੈ, ਬੱਚਾ ਵੀ ਇਹ ਸਾਰੇ ਗੁਣਾਂ ਦਾ ਧਾਰਨ। ਕਿਉਂ ਜੀ? ਕਦੇ ਅਸੀਂ ਵੀ ਬੱਤੇ ਸੀਗੇ, ਕਦੇ ਅਸੀਂ ਵੀ ਨਿਰਵੈਰ ਸੀਗੇ, ਨਿਰਛਲ ਸੀਗੇ, ਨਿਸ਼ਕਪਟ ਸੀਗੇ, ਪਰ ਹੁਣ ਅਸੀਂ ਧੜੇਬਾਜ਼ ਹਾਂ। ਅਸੀਂ ਇੱਕ ਦੂਜੇ ਦਾ ਬੁਰਾ ਚਿਤਵਦੇ ਹਾਂ। ਭਗਤ ਜੀ ਆਂਦੇ ਨੇ ਹੁਣ ਮੇਰੇ ਤੇ ਪ੍ਰਭੂ ਦੀ ਕਿਰਪਾ ਹੋ ਗਈ ਹੈ। ਅਬ ਮਨ ਉਲਟ ਸਨਾਤਨ ਹੁਆ। ਹੁਣ ਮੇਰਾ ਉਹੋ ਜਿਹਾ ਸੁਭਾਅ ਹੋ ਗਿਆ ਜਿਹੜਾ ਪਹਿਲਾਂ ਸੀ। ਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਅਰਦਾਸ ਕਰੋ, ਹੇ ਵਾਹਿਗੁਰੂ ਗਈ ਬਹੋੜ ਬੰਦੀ ਛੋੜ। ਕਦੇ ਵਿਚਾਰ ਕੀਤੀ? ਗਈ ਬਹੋੜ, ਉਹ ਮੇਰੀ ਅਵਸਥਾ ਮੈਨੂੰ ਵਾਪਸ ਮੋੜ ਦਿਓ। ਜਿਸ ਤਰ੍ਹਾਂ ਦਾ ਮੈਂ ਬੱਚਾ ਸੀ ਨਾ, ਸਭ ਮੇਰੇ ਨਾਲ ਪਿਆਰ ਕਰਦੇ ਸਨ, ਸਭ ਨਾਲ ਮੈਂ ਪਿਆਰ ਕਰਦਾ ਸਾਂ। ਹੁਣ ਜਦੋਂ ਦਾ ਮੇਰੇ ਮਨ ਵਿੱਚ ਵਿਤਕਰੇ ਆਏ ਗਏ, ਅਗਲਿਆਂ 'ਚ ਵੀ ਆ ਗਏ। ਭਗਤ ਜੀ ਕਹਿੰਦੇ ਨੇ ਸਿਮਰਨ ਦੀ ਬਰਕਤ ਇਹ ਹੈ, ਸੰਗਤ ਦੀ ਬਰਕਤ ਇਹ ਹੈ ਕਿ ਅਬ ਮਨ ਉਲਟ ਸਨਾਤਨ ਹੁਆ। ਹੁਣ ਮੇਰਾ ਸੁਭਾਅ ਉਹ ਬਣ ਗਿਆ ਬੱਚਿਆਂ ਵਾਲਾ, ਭੋਲਾ, ਬਿਲਕੁਲ ਕਿਸੇ ਲਈ ਵੈਰ ਭਾਵ ਨਹੀਂ ਰੱਖਣਾ। ਤਬ ਜਾਣਿਆ ਜਬ ਜੀਵਤ ਮੂਆ। ਪਰ ਇਹ ਅਵਸਥਾ ਬਣੀ ਕਦੋਂ? ਜਦੋਂ ਮੈਂ ਜੀਵਤ ਮੂਆ। ਬਸ ਬੰਦੇ ਦੇ ਅੰਦਰ ਹੰਕਾਰ ਜਿਹੜਾ, ਮੈਂ ਕਿਸੇ ਤੋਂ ਘੱਟ ਹਾਂ, ਮੈਂ ਕਿਸੇ ਨੂੰ ਕੀ ਸਮਝਣਾ, ਮੈਨੂੰ ਇਹ ਗੱਲ ਕਿਉਂ ਕਹੇ। ਕਹਿੰਦੇ ਜਿਸ ਦਿਨ ਦਾ ਮੈਂ ਜੀਵਨ ਤੋਂ ਮਰ ਗਿਆ ਜਿਉਂਦਾ, ਅਹੰਕਾਰ ਛੱਡ ਦਿੱਤਾ, ਹੁਣ ਮੇਰੀ ਇਹ ਅਵਸਥਾ ਬਣ ਗਈ। ਅਬ ਮਨ ਉਲਟ ਸਨਾਤਨ ਹੁਆ,
तब जानिया जब जीवत मूआ। कहो कबीर सुख सहज समावो। कबीर जी कहते हैं हुण मैं सुख सहज समावो, सुख विच सहज विच समा गया, अडोलता की व्यवस्था बन गई। आप न डरो ना अवर डरावो, ना मैं किसी तो डरदा ना मैं किसी को डराउना। गुरु तेग बहादुर सच्चे पातशाह ने एवं नहीं कहा भै काहू को देत न भय मानत आन। कहो नानक सुन रे मना ਗਿਆਨੀ ਤਾਹੇ ਬਖਾਨ। ਹੁਣ ਤੇ ਅਸੀਂ ਗਿਆਨੀ ਕਾਹਦੇ ਆ, ਹੁਣ ਤੇ ਡਾਂਗਾਂ ਚੁੱਕੀ ਫਿਰਦੇ ਇੱਕ ਦੂਜੇ ਦੇ ਪਿੱਛੇ, ਧੜੇ ਬਣਾਈ ਫਿਰਦੀਆਂ। ਨਾ ਬਈ ਗਿਆਨੀ ਸ਼ਬਦ ਲਾ ਦਿਓ ਆਪਣੇ ਨਾਲੋਂ, ਇਹ ਗਿਆਨੀਆਂ ਦਾ ਕੰਮ ਨਹੀਂ ਹੈ। ਗਿਆਨੀਆਂ ਦਾ ਕੰਮ ਹੈ ਬੈਠੋ ਵਿਚਾਰ ਕਰੋ ਗੁਰਮੁਖ ਬਣ ਕੇ। ਜੇ ਕਿਸੇ ਨੂੰ ਕੋਈ ਗੱਲ ਨਹੀਂ ਸਮਝ ਆਈ ਸਮਝ ਲਓ, ਜੇ ਕਿਸੇ ਨੂੰ ਨਹੀਂ ਚੰਗੀ ਲੱਗੀ ਉਹਨੂੰ ਪਿਆਰ ਨਾਲ ਸਮਝਾ ਦਿਓ, ਪਰ ਨਹੀਂ ਹੁਣ ਤੇ ਡਾਂਗਾਂ ਚੁੱਕੀ ਫਿਰ। ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਇਸ ਤਰ੍ਹਾਂ ਸਾਧ ਸੰਗਤ ਬਾਣੀ ਜੋ ਹੈ ਇਹ ਜੀਵਨ ਜਾਚ ਹੈ, ਇਹਨੂੰ ਅਪਣਾਈਏ, ਇਹਨੂੰ ਵਿਚਾਰੀਏ, ਇਹਨੂੰ ਜੀਵਨ ਵਿੱਚ ਧਾਰੀਏ ਤੇ ਸੁਖੀ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।